जय हिंद जय भारत। दोस्तों आप देख रहे हैं लाइव भारत में, आपका दोस्त सफर शुक्ला। आज हम फिर संडे स्पेशल में संदीप सिंह के साथ करेंगे मुद्दों पर चर्चा। तो हम चर्चा करेंगे, सबसे पहले हम करेंगे निगम की प्रॉपर्टी पर, फिर हम चर्चा करेंगे कोरोना का कहर और स्कूल की फीस और हाई कोर्ट का फरमान और प्राइवेट हाथों में जाती रेल। तो कुल मिला के हम चर्चा पर स्वागत है आपका संदीप सिंह जी। पहले हम शुरुआत कर लेते हैं कोरोना से। तो कोरोना की अपडेट क्या है सफर जी? कोरोना की स्थिति ਅੱਗੇ ਨਾਲੋਂ ਪੰਜਾਬ ਸਰਕਾਰ ਨੇ ਇੱਕ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਵੀ ਮਈ ਤੇ ਜੂਨ ਦੇ ਮੁਕਾਬਲੇ ਦੇ ਵਿੱਚ 34% ਜਿਹੜੇ ਉਹ ਕੇਸ ਘਟੇ ਨੇ। 34% ਕਮ ਹੋਏ। 34% ਕਮ ਹੋਏ। ਸੁਖਦ ਦੀ ਗੱਲ ਇਹੋ ਹੀ ਹੈ, ਪਰ ਖਤਰਾ ਹਜੇ ਟਲਿਆ ਨਹੀਂ। ਇਹਨੂੰ ਕੋਈ ਵਧੀਆ ਖਬਰ ਨਹੀਂ ਅਸੀਂ ਕਹਿ ਸਕਦੇ। ਘੱਟ ਹੋਏ ਨੇ, ਖਤਮ ਨਹੀਂ ਹੋਏ। ਇਹ ਗੱਲ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੀਦਾ ਹੈ ਵੀ ਘਟੇ ਨੇ ਲੇਕਿਨ ਖਤਮ ਨਹੀਂ ਹੋਏ। ਖਤਮ ਉਦੋਂ ਹੀ ਹੋਣਗੇ ਜਦੋਂ ਲੋਕ ਖੁਦ ਅਵੇਅਰ ਹੋਣਗੇ। ਇਸ ਟਾਈਮ ਪੂਰੇ ਭਾਰਤ ਦੇ ਵਿੱਚ 5,85,495 ਕੇਸ ਹੋ ਚੁੱਕੇ ਨੇ ਪੋਜ਼ਿਟਿਵ। 17,400 ਮੌਤਾਂ ਹੋ ਚੁੱਕੀਆਂ। 17,400 ਮੌਤਾਂ ਹੋ ਚੁੱਕੀਆਂ। ਪੰਜਾਬ ਦੀ ਗੱਲ ਕਰੀਏ 5,937 ਕੇਸ ਹੋ ਚੁੱਕੇ ਨੇ, 157 ਮੌਤਾਂ ਹੋ ਚੁੱਕੀਆਂ ਪੰਜਾਬ ਦੇ ਵਿੱਚ। ਅੰਮ੍ਰਿਤਸਰ 'ਚ 996 ਤੇ 47 ਮੌਤਾਂ। ਇਹਦੇ ਵਿੱਚ ਇੱਕ ਗੱਲ ਮੈਂ ਐਡ ਕਰ ਦੇਣਾ ਚਾਹੁੰਦਾ ਸਫਰ ਜੀ, ਵੀ ਆਪਾਂ 15 ਦਿਨ ਪਹਿਲਾਂ ਚਰਚਾ ਕੀਤੀ ਸੀ ਵੀ ਕਿਉਂ ਕੇਸ ਵੱਧ ਰਹੇ ਅੰਮ੍ਰਿਤਸਰ ਪੰਜਾਬ ਦੇ ਵਿੱਚ, ਕੀ ਕਾਰਨ ਹੋ ਗਿਆ ਵੀ ਟੈਸਟਾਂ ਦੀ ਰਿਪੋਰਟਾਂ ਟਾਈਮ ਸਿਰ ਨਹੀਂ ਆ ਰਹੀਆਂ ਸੀਗੀਆਂ। 5-5 ਦਿਨ ਬਾਅਦ ਟੈਸਟ ਹੋ ਰਹੇ ਸੀ, 5-5 ਦਿਨ ਬਾਅਦ ਰਿਪੋਰਟਾਂ ਹੋ ਰਹੀਆਂ। ਬੜੀ ਪ੍ਰਮੁਖਤਾ ਨਾਲ ਤੁਸੀਂ ਇਹ ਖਬਰ ਨੂੰ ਛਾਪਿਆ। ਬਾਰ-ਬਾਰ ਸੋਨੀ ਸਾਹਿਬ ਨਾਲ ਜਿਹੜੇ ਆਪਣੇ ਮੰਤਰੀ ਨੇ ਉੱਚ ਸਿੱਖਿਆ ਦੇ ਮੈਡੀਕਲ ਕਾਲਜ ਦੇ, ਉਹਨਾਂ ਦੇ ਧਿਆਨ ਵਿੱਚ ਗੱਲ ਲਿਆਂਦੀ ਤੇ ਜਿੱਤੇ ਅਮਲ ਕੀਤਾ। ਪਿਛਲੀ ਵਾਰ ਨਾਲੋਂ ਇਸ ਵਾਰ ਇਸ ਲਈ ਘੱਟ ਰਹੇ ਨੇ। ਇਹ ਸਾਰੇ ਵੀਕ ਪਿਛਲੇ ਨਾਲੋਂ ਘੱਟ ਮਰੀਜ਼ ਆਏ ਨੇ। ਦਾ ਕਾਰਨ ਇਹ ਹੈ ਵੀ ਹੁਣ ਰਿਪੋਰਟਾਂ ਜਿਹੜੀ 24 ਘੰਟੇ ਜਾਂ 48 ਘੰਟੇ ਵਿੱਚ ਮਰੀਜ਼ਾਂ ਦੀ ਰਿਪੋਰਟਾਂ ਆ ਰਹੀਆਂ। ਮਰੀਜ਼ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆਉਣ ਤੋਂ ਬਚ ਰਹੇ ਨੇ। ਟੈਸਟ ਕੀਤਾ 24 ਘੰਟੇ ਰਿਪੋਰਟ ਆ ਗਈ, ਤੇ ਪਰਿਵਾਰ ਦੇ ਵੀ ਟੈਸਟ ਕੀਤਾ ਰਿਪੋਰਟ ਆ ਗਈ। ਇਹਦੇ ਨਾਲ ਮੈਨੂੰ ਲੱਗਦਾ ਵੀ ਹੋਰ ਘਟਣਗੇ। ਦੇਖੋ ਪਿਛਲੇ ਹਫਤੇ ਦੇ ਵਿੱਚ 35-40 ਲਗਾਤਾਰ ਇਸ ਤਰ੍ਹਾਂ ਮਰੀਜ਼ ਸੀਗੇ। ਇਸ ਹਫਤੇ 8-10-12 ਤੇ ਅਸੀਂ ਆ ਗਏ ਹਾਂ। ਤੇ ਮੈਨੂੰ ਜੇਕਰ ਰੱਬ ਨੇ ਚਾਹਿਆ ਤੇ ਮੈਨੂੰ ਲੱਗਦਾ ਵੀ ਅਗਲੇ ਹਫਤੇ ਜਿਹੜੇ ਅਸੀਂ ਹੋਰ ਥੱਲੇ ਆ ਜਾਣਾ। ਪੰਜਾਬ ਦੀ ਜਿਹੜੇ ਹਾਲਾਤ ਸੁਧਰ ਦੇ ਸੰਭਾਵਨਾ ਬਣਦੀ ਜਾ ਰਹੀ। अच्छा संदीप जी, ये बताइए, जैसे कोरोना का फैक्ट तो सभी पे पड़ा है। फिलहाल हम आपकी एजुकेशन की बात कर लें तो एजुकेशन जैसे +2 की जो पेपर हुए हैं वो अभी तक रिजल्ट नहीं आया, और दूसरा फीसों को लेकर हाई कोर्ट का भी एक फरमान आया है। तो पीछे पूर्व कैबिनेट मिनिस्टर विक्रमजीत सिंह मजीठिया ने भी प्रेस कॉन्फ्रेंस की थी। उन्होंने भी कहा था कि नालायकी है कहीं ना कहीं कांग्रेस की। उन्होंने सीधे कांग्रेस के मंत्री पे आरोप लगाया था कि कहीं ना कहीं उनके साथ साठगांठ हो गई है। तो आपका क्या विचार है? ਪਹਿਲੇ ਦਿਨ ਤੋਂ ਹੀ ਅਸੀਂ ਇਸ ਕੇਸ ਨੂੰ ਬੱਚਿਆਂ ਦੇ ਨਾਲ ਜੁੜੇ, ਪਰਿਵਾਰਾਂ ਨਾਲ ਜੁੜੇ ਇਸ ਮਸਲੇ 'ਤੇ ਹਰ ਵਾਰੀ ਡਿਸਕਸ ਕੀਤੀ। ਜਦੋਂ ਪਹਿਲੀ ਵਾਰ ਮੰਤਰੀ ਜੀ ਨੇ ਡੈਫਰ ਸ਼ਬਦ ਯੂਜ਼ ਕੀਤਾ ਸੀਗਾ, ਅਸੀਂ ਉਸੇ ਦਿਨ ਤੋਂ ਹੀ ਕਹਿ ਰਹੇ ਵੀ ਇਹਨਾਂ ਨੂੰ ਡੈਫਰ ਵਾਲੇ ਸ਼ਬਦਾਂ 'ਚ ਉਲਝਾ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਸਖਤੀ ਨਾਲ ਆਪਣੇ ਫੈਸਲੇ ਨੂੰ ਲਾਗੂ ਕਰਨਾ ਚਾਹੀਦਾ ਸੀ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਪਰ ਇਹ ਹੋਇਆ ਕਿ ਬਸ ਉਹ ਲਟਕਾਉਣ ਵਾਲਾ ਸਿਸਟਮ ਸ਼ੁਰੂ ਹੋ ਗਿਆ ਸਫਰ ਦੀ। ਜਦੋਂ ਕੋਰਟ ਕੇਸ ਦੇ ਵਿੱਚ ਗਿਆ, ਸਰਕਾਰ ਹਾਈ ਕੋਰਟ ਨੇ ਆਰਡਰ ਦਿੱਤੇ ਸੀ ਵੀ 70% ਫੀਸਾਂ ਤੁਸੀਂ ਲੈਣੀਆਂ। ਸਕੂਲਾਂ ਵਾਲੇ ਬੜਾ ਸਟਰੋਂਗ ਲੱਭੀ ਜੀ ਇਹਨਾਂ ਦੀ, ਪਰਿਵਾਰਾਂ ਦੇ ਸਾਹਮਣੇ ਇਹਨਾਂ ਦੀ ਨਹੀਂ ਚੱਲ ਪਾਈ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਬੜੇ ਤਰੀਕੇ ਨਾਲ ਕੀਤੀ ਹੈ। ਕੋਰਟ ਨੇ ਇੱਕ ਵਾਰੀ ਮੌਕਾ ਦਿੱਤਾ ਸਰਕਾਰ ਨੂੰ ਵੀ ਤੁਸੀਂ ਬਹਿ ਕੇ ਇਹਨਾਂ ਦਾ ਬਾਹਰ ਸਮਝੌਤਾ ਕਰਾਓ, ਤੁਸੀਂ ਪਾਰਟੀ ਬਣ ਕੇ ਇਹਨਾਂ ਨਾਲ ਸਮਝੌਤਾ ਕਰੋ, ਕੁਛ ਇੱਦਾਂ ਦਾ ਰਸਤਾ ਕੱਢੋ ਜਿਹੜਾ ਸਕੂਲਾਂ 'ਤੇ ਵੀ ਬੋਝ ਨਾ ਪਵੇ ਤੇ ਬੱਚਿਆਂ ਦਾ ਵੀ ਮਸਲਾ ਨਿਕਲ ਸਕਦੇ ਸੀ। ਕਈ ਰਾਹ ਪਰ ਕਈ ਸਫ਼ਰ ਦੀ ਰਾਹ ਨਿਕਲ ਸਕਦੀ ਸੀ। ਸਰਕਾਰ ਆਪਣੇ ਕੋਲੋਂ ਵੀ ਕੁਛ ਦੇ ਸਕਦੀ ਸੀ, ਪਰ ਮਸਲਾ ਇਹੋ ਹੀ ਹੈ ਵੀ ਸਰਕਾਰ ਆਪਣੀ ਜੇਬ 'ਚੋਂ ਇੱਕ ਢੇਲੀ ਵੀ ਨਹੀਂ ਕੱਢਣਾ ਚਾਹੁੰਦੀ ਸੀ। ਸਰਕਾਰ ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਸਰਕਾਰ ਜਦੋਂ ਕਿਸੇ ਸਕੂਲ ਨੂੰ ਪਰਮਿਸ਼ਨ ਦਿੰਦੀ ਹੈ, ਮਾਨਤਾ ਦਿੰਦੀ ਹੈ, ਕੁਝ ਪੈਸਾ ਉਹਨਾਂ ਦਾ ਸਰਪਲਸ ਆਪਣੇ ਕੋਲ ਜਮ੍ਹਾਂ ਕਰਦੀ। ਕਾਹਦੇ ਵਾਸਤੇ ਜਮ੍ਹਾਂ ਕਰਦੀ? ਇਹਨਾਂ ਆਫਤਾਵਾਂ ਜਿਹੜੀਆਂ ਆਉਣੀਆਂ, ਮੁਸੀਬਤਾਂ ਸਕੂਲਾਂ 'ਤੇ ਆਉਣੀਆਂ, ਉਹਨਾਂ ਨੂੰ ਝੱਲਣ ਵਾਸਤੇ ਹੀ ਹੁੰਦੀ ਸੀ। ਪਰ ਸਕੂਲ ਵਾਲੇ ਕਹਿੰਦੇ ਰਹੇ ਵੀ ਸਾਨੂੰ ਉਹਨਾਂ 'ਚ ਕੁਛ ਪੈਸਾ ਦਿਓ, ਅਸੀਂ ਫੀਸਾਂ ਮਾਫ਼ ਕਰ ਦਿੰਦੇ। 2-3 ਮਹੀਨੇ ਦੇ ਕੋਈ ਵੱਡਾ ਮੈਟਰ ਨਹੀਂ ਸੀਗਾ। ਪਰ ਇਹਨਾਂ ਨੇ ਉੱਥੇ ਇੱਕ ਵੀ ਆਪਣੀ ਜੇਬ 'ਚੋਂ ਕੱਢਣ ਦੀ ਪੂਰੀ ਨਲਾਇਕੀ ਮੁੱਕਦੀ ਗੱਲ भी इन्ना दी है। अच्छा संदीप जी, क्या वजह है कि जो स्कूल है, प्राइवेट स्कूल है, हम उनकी बात करें तो तकरीबन जो ज़मीन है वो निगम की ज़मीन है, निगम ने दे रखी है, उनको लीज पे दे रखी है। तो क्या वजह है कि निगम की ज़मीन कहीं ना कहीं उनको सरकारी सब्सिडी भी मिलती है? और हम निगम प्रॉपर्टी की बात करें तो अरबों रुपए की प्रॉपर्टी ऐसी है पूरे शहर में जिनका किराया 1 रुपये है, किसी का 5 रुपये है, किसी का 48 रुपये सालाना है। तो ऐसा लाइव भारत ने कई खुलासे किए और लगातार करेगा। तो निगम कंगाल है या निगम अपनी करतूतों की वजह से कंगाल है? सफर जी बहुत वधिया मुद्दा तुसीं फड़िया सीगा।
ਇਹ ਪ੍ਰੋਪਰਟੀਆਂ ਦਾ। ਅੱਜ ਤੁਸੀਂ ਇੱਕ ਪ੍ਰੋਪਰਟੀ ਇੰਪਰੂਵਮੈਂਟਸ ਦੀ ਲੈਣ ਜਾਓ, ਕਿਤੇ ਬਾਹਰ ਦੁਕਾਨ ਖਰੀਦਣ ਜਾਓ, ਤੁਹਾਨੂੰ ਰੇਟ ਪਤਾ ਲੱਗ ਜਾਏਗਾ। ਪੌਸ਼ ਏਰੀਆ ਦੇ ਵਿੱਚ 50-50 ਹਜ਼ਾਰ ਰੁਪਈਆ ਗਜ ਰਿਹਾਇਸ਼ੀ ਜਗ੍ਹਾ ਵਿਕ ਗਈ ਹੈ। 1,90,000 ਦੀ ਲਾਸਟ ਆਕਸ਼ਨ ਹੋਈ ਸੀਗੀ, 1,90,000 ਦੀ। SEO ਜਿਹੜੇ ਰਣਜੀਤ ਐਵਨਿਊ ਡੀ ਬਲਾਕ ਵਿੱਚ ਬਣ ਗਏ 1,90,000 ਤਕਰੀਬਨ 300 ਗਜ ਦੀ SEO, ਅਰਬਾਂ ਰੁਪਏ ਦੀ ਜਗ੍ਹਾ ਸਰ, ਕਮਰਸ਼ੀਅਲ ਜਗ੍ਹਾ ਅਰਬਾਂ ਰੁਪਏ ਦੀ, ਜਿਨ੍ਹਾਂ ਨੂੰ ਦੁਕਾਨਾਂ ਨੂੰ ਇਹ ਰੈਂਟ ਨਹੀਂ ਲੈ ਰਹੇ। ਕਿਉਂ ਨਹੀਂ ਲੈ ਰਹੇ ਭਾਜੀ? ਕਹਿੰਦੇ ਵੀ ਇਹ ਸਾਡੇ ਕੋਲ ਪੈਸਾ ਨਹੀਂ। ਪੈਸਾ ਆਉਣਾ ਕਿੱਥੋਂ? ਜਿਹੜੀਆਂ ਤੁਸੀਂ ਰੈਂਟ ਤੇ ਜਗ੍ਹਾ ਦਿੱਤੀਆਂ, ਜੇ ਰੁਪਈਆ ਕਿਰਾਇਆ ਕਿਸ ਯੁੱਗ 'ਚ ਤੁਰੇ ਫਿਰਦੇ ਜੀ ਆਪਾਂ। 1 ਰੁਪਏ ਦੀ, 2 ਰੁਪਏ, 10 ਰੁਪਏ। ਮੈਂ ਤੁਸੀਂ ਜਿਹੜਾ ਦਿਖਾਇਆ, ਮੈਂ ਖੁਦ ਹੈਰਾਨ ਹੋਇਆ ਵੀ ਸਰਕਾਰ ਦੀ ਆਪਣੀ ਨੀਅਤ 'ਚ ਕਮੀ ਹੈ। ਫਿਰ ਜੀ ਬਿਲਕੁਲ 5 ਸਾਲ ਬਾਅਦ ਇੰਪਰੂਵਮੈਂਟਸ ਚੇਂਜ ਹੋਈ, ਨਵੇਂ ਤੁਸੀਂ ਕੀ ਕੀਤਾ ਉਦੋਂ ਦਾ ਆ ਕੇ? ਪਿਛਲਿਆਂ ਦੇ ਦੋਸ਼ ਮੰਨਣ ਦੇ ਨਾਲੋਂ ਚੰਗਾ ਵੀ ਤੁਸੀਂ ਵੀ ਕੁਝ ਕਰਕੇ ਵਿਖਾ ਦਿਓ। ਹੁਣ ਹੀ ਉਹਨਾਂ ਕੋਲ ਲੈ ਲਓ। ਕਈ ਐਸੀਆਂ ਮੈਂ ਦੇਖੇ ਨੇ ਵੀ ਜਿਹੜੇ ਦੁਕਾਨਾਂ ਤੇ ਕਬਜ਼ਾ ਕਰ ਲੈਂਦੇ ਨੇ ਇੰਪਰੂਵਮੈਂਟਸ ਦੀਆਂ, ਪੈਸੇ ਉਹਨਾਂ ਨੂੰ ਦੇਣੇ ਨਹੀਂ। 2 ਸਾਲ ਵਰਤੀਆਂ, 4 ਸਾਲ ਵਰਤੀਆਂ, 5 ਸਾਲ ਵਰਤੀਆਂ, ਜਦੋਂ ਜ਼ਿਆਦਾ ਰੌਲਾ ਪੈਂਦਾ ਲਓ ਜੀ ਅਸੀਂ ਨਹੀਂ ਤੁਹਾਡੀ ਦੁਕਾਨ ਰੱਖਦੇ, ਸਾਈਡ ਹੋ ਜਾਂਦੇ। ਕਿਉਂ ਨਹੀਂ ਉਹਨਾਂ ਬੰਦਿਆਂ ਨੂੰ, ਡਿਫਾਲਟਰ ਨੂੰ ਫੜ ਕੇ ਅੰਦਰ ਕੀਤਾ ਜਾਂਦਾ? ਕਿਉਂ ਨਹੀਂ ਉਹਨਾਂ ਕੋਲ ਪੈਸਾ ਰਿਕਵਰ ਕੀਤਾ ਜਾਂਦਾ? ਜਿਹੜੀ ਚੀਜ਼ ਵਰਤੀ ਉਹਦਾ ਰੈਂਟ ਆਪਾਂ ਕਿਉਂ ਨਹੀਂ ਦੇਣਾ? ਤੇ ਰੈਂਟ ਵਧਾਉਣਾ ਕਿੰਨੇ ਹੈ? सफर जी ਅਸੀਂ ਤੁਸੀਂ थोड़ा बनाना। बिल्कुल सही बात है। रेंट बढ़ाएगा कौन? सबसे बड़ी बात, नगर निगम हो या इम्प्रूवमेंट ट्रस्ट हो, तुम करने की नींद सो रहा है। हमने आपको दिखाया और हमने पिछले हफ्ते एक खबर दिखाई थी ग्रीन एवेन्यू मार्केट की, किस तरह सरकारी जमीन पे वहाँ पे कब्जा है, और आपको हम बता देंगे कल उस पर कार्रवाई हुई है। जी हाँ, वहाँ पे टीमें पहुंची है और वहाँ पे कार्रवाई हुई, कब्जा छुड़ाने के लिए कार्रवाई हुई। तो अगली हम खबर बात करेंगे रेलवे की। रेलवे प्राइवेट हाथों में फिर खिसक रहा है। सफर जी पिछले आप प्रोग्राम से तुहानू पहले जानकारी देती भी कर्मचारियों ते कोई ना कोई गाय डिगन मार गिरेगी। ठीक है, चाहे करोना का बहाना समझ लो या कुछ इन्हां दी अपनी पॉलिसी समझ लो। पॉलिसियां नू पहला ही बनिया हुई इन्हां दी प्राइवेटाइजेशन लागू करना है। हाँ, लागू करना एक बहाना मिलिया है, बहाना। ये बहाने दे विच मुलाजमां दा बहुत नुकसान हो जा रहा है। सब नाल पहला नुकसान भी 50% जिहड़ियां नौकरियां मेरे को नोटिफिकेशन आ गया जी रेलवे का 50% नौकरियां जड़ियां बिल्कुल खत्म कर दी गई। मतलब 50% नौकरी नहीं नहीं। हाँ, जिस पोस्ट हाँ जो पोस्ट है, सॉरी पोस्ट है, जिस पोस्ट तो कोई उतर 50% पोस्ट है बिल्कुल खत्म। ठीक है जी। दूसरी साइड दस रहे हैं भी रिटायरमेंट की उम्र 30 ते 55 जी निर्धारित हो गई। अच्छा, 55 साल जी उम्र हो गई, उन्होंने घर भेज देना। 55 पे घर या जिसकी जॉब जो 30 साल होगी वो रिटायरमेंट ले नहीं सकता, दे ही देनी जी इन्होंने। अच्छा, दे देनी। कार ही देना इन्होंने। अच्छा, या 30 साल या 55 30 साल सर्विस या 55 साल उम्र। ਇਹਨੂੰ ਵਲੰਟੀਅਰ ਰਿਟਾਇਰਮੈਂਟ ਕਹਿੰਦੇ ਸੀ ਪਹਿਲਾਂ। ਇਹਨਾਂ ਨੇ ਆਪਸ਼ਨ ਰੱਖੀ ਸੀ ਅਗਰ ਕੋਈ ਲੈਣਾ ਚਾਹੁੰਦਾ ਲੈ ਸਕਦਾ। ਲੇਕਿਨ ਹੁਣ ਜੋ ਮਾਹੌਲ ਬਣ ਕੇ ਆ ਰਿਹਾ ਨਵਾਂ ਵੀ ਇਹਨਾਂ ਨੂੰ ਕਹਿਣਾ ਤੁਸੀਂ ਘਰ ਬਹਿ ਜਾਓ, ਸਿੱਧੇ ਤਰੀਕੇ ਬਹਿ ਜਾਓ ਜਾਂ ਸਿੱਧੇ ਤਰੀਕੇ ਹੀ ਘਰ ਭਾਈ ਦੇਣਾ ਤੁਹਾਨੂੰ। ਜੀ ਜੀ, ਠੀਕ ਹੈ। ਦੂਸਰੀ ਗੱਲ, ਪ੍ਰਾਈਵੇਟੇਸ਼ਨ ਦਾ ਇੱਕ ਹੋਰ ਸੱਟ ਵੱਜਣ ਲੱਗੀ ਹੈ। ਸਫਾਈ ਕਰਮਚਾਰੀ ਗੱਡੀ ਰੇਲ ਦੀ ਢੁਆਈ ਰੱਖ ਰਖਾਏ ਤੇ ਪਹਿਲਾਂ ਹੀ ਇਹਨਾਂ ਨੇ ਪ੍ਰਾਈਵੇਟ ਕਰ ਦਿੱਤੀ ਜੀ। ਪ੍ਰਾਈਵੇਟ ਹਾਥੋਂ ਮੇ ਜੀ 109 ਗੱਡੀਆਂ ਜਿਹੜੀ ਮੇਜਰ ਨਿਊਜ਼ ਹੈ ਜੀ। 109 ਗੱਡੀਆਂ ਇਹਨਾਂ ਨੇ 35 ਸਾਲਾਂ ਦੀ 3000 ਕਰੋੜ ਰੁਪਏ ਦੇ ਵਿੱਚ ਟੈਂਡਰ ਕੱਢ ਦਿੱਤਾ ਜੀ। ਅੱਛਾ, ਜਿਹਦੇ ਵਿੱਚ ਸਿਰਫ ਤੇ ਸਿਰਫ ਡਰਾਈਵਰ ਤੇ ਗਾਰਡ ਜਿਹੜਾ ਉਹ ਸਰਕਾਰੀ ਹੋਏਗਾ, ਬਾਕੀ ਸਾਰਾ ਕੁਝ ਜਿਹੜਾ ਪ੍ਰਾਈਵੇਟ ਹੋਏਗਾ। 109 ट्रेन और 35 सालों के लिए 35 सालों के लीज दे देतियां। 3000 करोड़ रुपए कोई भी ले सकता है जिसके पास पैसा है यार। 3000 करोड़ रुपया सफर जी किधर को होएगा? ये सिर्फ तो बड़ी खबर है कि 3000 करोड़ रुपए इन्होंने 109 गाड़ियां मोदी सरकार ने यानी कि रेल मंत्रालय ने लीज पे अगले 35 सालों को दे दी है। अगर आप भी अपने बाप दादा के नाम पे ट्रेन चलाना चाहते हैं और पैसा देकर आप भी अपने बाप दादा के नाम से आप ट्रेन का नाम भी रख सकते हैं। और हम आपको बता दें, लाइव भारत का खुलासा कर दें, इसके पहले भी मोदी सरकार ने प्लेटफार्मों के नाम भी निजी, जी हाँ, पैसा देने के बाद, और अगर प्लेटफार्म का नाम अगर अपने आप बाप दादा या किसी के नाम पर रखना चाहते हैं उसकी भी इजाजत दी गई है। तो कुल मिला के ये बताइए सर कि रेल प्राइवेट हाथ, हर जगह प्राइवेट, मशीनीकरण, छुट्टी 50% पोस्टों की, तो बेरोजगारी कहाँ? सफर जी ਇਹਦੇ ਨਾਲ ਇੱਕ ਮਿਲਦੀ ਜੁਲਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜੀ। ਇਹਨਾਂ ਦੀ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਜਿਹੜੀ ਇਹਨਾਂ ਨੇ ਲਾਗੂ ਕਰਨੀ ਚਾਹੇ ਕਿਸੇ ਤਰੀਕੇ ਕਰਨ ਜੀ। ਇਹਨਾਂ ਨੂੰ ਕਿਸੇ ਨਾਲ ਕੁਝ ਨਹੀਂ ਲੈਣਾ ਦੇਣਾ। ਪ੍ਰਾਈਵੇਟਾਈਜੇਸ਼ਨ ਹੋਣੀ ਹੈ, ਤਰੀਕੇ ਨਾਲ ਹੋਣੀ ਹੈ, ਵੇਚਣਾ ਹੀ ਵੇਚਣਾ ਇਹਨਾਂ ਨੇ ਸਾਰਾ ਕੁਝ। ਬੜਾ ਕੁਝ ਵੇਚਣ ਦੇ ਸਮਾਚਾਰ ਤੁਸੀਂ ਸੁਣ ਰਹੇ ਜੇ। ਇਹਦੇ ਵਿੱਚ ਇੱਕ ਹੋਰ ਚੀਜ਼ ਪਲੱਸ ਕਰਨ ਲੱਗਾ। ਕੁਝ ਦਿਨ ਪਹਿਲਾਂ ਲਾਕਡਾਊਨ ਤੋਂ ਪਹਿਲਾਂ ਦੀ ਗੱਲ, ਇਹਨਾਂ ਨੇ ਕੁਝ 에ਅਰਪੋਰਟ ਵੇਚੇ ਸੀ, ਸ਼ਾਇਦ ਤੁਹਾਨੂੰ ਪਤਾ ਇਹਦੇ ਬਾਰੇ ਕੋਈ ਜਾਣਕਾਰੀ। 에ਅਰਪੋਰਟਾਂ ਨੂੰ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਸੀਗਾ। ਸਾਰਾ ਰੱਖ ਰਖਾਓ ਕਰਨਾ, ਚੜਾਉਣਾ, ਬਾਣਾ, ਸਾਰਾ ਕੁਝ ਉਹਨਾਂ ਦੀ। ਜਿਸ ਅਦਾਰੇ ਨੂੰ ਦਿੱਤੇ ਸੀ ਉਹ ਅਦਾਰਾ ਮੁੱਕਰ ਗਿਆ। ਨਾਲ ਤੁਸੀਂ ਇੱਕ ਗੱਲ ਹੁਣ ਅੱਗੇ ਵੀ ਤੁਸੀਂ ਆਪਣਾ
ਜਿਹਦੇ ਕੋਲ ਜ਼ਿਆਦਾ ਪੈਸੇ ਉਹ ਲੈ ਸਕਦਾ, ਟ੍ਰੇਨ ਲੈ ਸਕਦਾ, ਪਰ ਇਹ ਕਿਸੇ ਆਮ ਬੰਦੇ ਦੀ ਵੱਸ ਦੀ ਗੱਲ नहीं सफर जी। 3000 करोड़ रुपया पैसे जिनके पास वो ले ही सकता है ना, कुछ घराने आप घराने की बात छोड़िए, पैसा है ना आपके पास, आप उनको पैसा दीजिए, ले लीजिए। आप पैसा कहाँ से लाए हैं, ये तो आपका काम है ना। ਚਲਿਏ ਇਸੇ ਤਰ੍ਹਾਂ 에ਅਰਪੋਰਟ ਇਹਨਾਂ ਨੇ ਦਿੱਤੇ ਸੀ, ਉਹ 에ਅਰਪੋਰਟ ਦੇ ਵਿੱਚ ਇੱਕ ਕੁੰਡੀ ਫਸ ਗਈ ਹੈ। ਕੁੰਡੀ ਆਏ ਵੀ ਜਦੋਂ ਕਰੋਨਾ ਵਾਇਰਸ ਨਾਲ ਸਾਰੀਆਂ ਫਲਾਈਟਾਂ ਬੰਦ ਹੋ ਗਈਆਂ ਸੀ, ਉਹ ਘਰਾਨਾ ਮੁੱਕਰ ਗਿਆ ਜੀ। ਉਹਨੇ ਬਹਾਨਾ ਮਾਰ ਲਿਆ ਵੀ ਮੈਨੂੰ ਜਿਹੜਾ ਇਹ ਆਫਤਾ ਕਾਲ ਸਥਿਤੀ ਦੇ ਵਿੱਚ ਇੱਕ ਲੂਪ ਹੋਲ ਕੱਢ ਕੇ ਸਰਕਾਰ ਦਾ ਵੀ ਮੈਂ ਹਜੇ ਨਹੀਂ ਕਰਨਾ, ਮੈਂ ਉਦੋਂ ਕਰੂੰਗਾ ਜਦੋਂ ਤੁਹਾਡੇ ਜਹਾਜ਼ ਚੱਲਣੇ ਸ਼ੁਰੂ ਹੋ ਜਾਣਗੇ, ਮੈਂ ਉਦੋਂ ਲੈਣਾ, ਮੈਂ ਠੇਕਾ ਨਹੀਂ ਦੇਣਾ। ਇਹ ਦੇਖੋ ਜਦੋਂ ਲੋੜ ਹੈ ਤੁਸੀਂ ਆਪਣੇ ਕਨਵੀਨੀਅੰਟ ਦੇ ਹਿਸਾਬ ਨਾਲ ਸਰਕਾਰ ਕੋਲ ਚੀਜ਼ ਖਰੀਦ ਰਹੇ ਜੇ। ਪ੍ਰਾਈਵੇਟ ਅਦਾਰੇ ਕਿੰਨੇ ਸ਼ੈਤਾਨ ਨੇ, ਜਦੋਂ ਲੋੜ ਹੈ ਤਾਂ ਲੈ ਰਹੇ ਜੇ, ਤੇ ਜਦੋਂ ਤੁਹਾਨੂੰ ਪਤਾ ਵੀ ਹੁਣ ਇਹ प्रॉब्लम आ जानी है तो भज जाते हैं। कुल मिला के हम आपको बता दें कि मोदी सरकार जहां ट्रेनें बेच रही है, जहां प्राइवेट हाथों में दे रही है, वहीं कैप्टन सरकार भी पीछे नहीं है। वो पूरे पंजाब में जितने भी सरकारी बस अड्डे हैं या सरकारी जो इमारतें बनी हैं उनको खंडहर बता के, उनको अघोषित करके और अलग उनको ट्रांसफर किया जा रहा है। और उनको एक रणनीति है, क्योंकि 1.5 साल के करीब बचा है कैप्टन सरकार के अगले चुनाव को लेकर। तो जैसा कि अमृतसर बस अड्डा की बात करें तो उसकी भी चर्चाएं हैं कि ये बाईपास जाएगा, और क्योंकि ये जो जमीन है कुछ शहरों के बीच में है, करोड़ों अरबों की जमीन है। तो कुल मिला के अब गल्ला भरने का समय आ गया है कैप्टन सरकार का भी, और मोदी सरकार तो जैसे ट्रेनें प्राइवेट हाथों में देके गला भर ही रही है। और कुछ कहना चाहेंगे आज आप? बठिंडा थर्मल प्लांट जी, बठिंडा थर्मल प्लांट जिन्हों ਬੰਦ ਕੀਤਾ ਗਿਆ ਸੀ, ਬਿਜਲੀ ਉੱਥੋਂ ਪੈਦਾ ਨਹੀਂ ਹੋ ਰਹੀ ਸੀ। ਇਹ ਨਲੈਕੀਆਂ ਪਹਿਲਾਂ ਪਿਛਲੀ ਸਰਕਾਰ ਦੀਆਂ, ਨਵੀਂ ਸਰਕਾਰ ਦੀ। ਥਰਮਲ ਪਲਾਂਟ ਨੇ ਜਦੋਂ ਉਹਨਾਂ ਦੇ ਮੁਲਾਜ਼ਮਾਂ ਨੇ ਕਿਹਾ ਵੀ ਸਾਨੂੰ ਥਰਮਲ ਪਲਾਂਟ ਦੇ ਦਿਓ, ਅਸੀਂ ਤੁਹਾਨੂੰ ਇੰਨੇ ਰੁਪਏ 'ਚ ਬਿਜਲੀ ਖੁਦ ਬਣਾ ਕੇ ਦੇ ਦੇਵਾਂਗੇ, 3 ਰੁਪਏ 'ਚ ਦੇ ਦਾਂਗੇ, 4 ਰੁਪਏ 'ਚ ਦੇ ਦਾਂਗੇ, ਤੁਸੀਂ ਸਾਨੂੰ ਆਹ ਚੀਜ਼ਾਂ ਦੇ ਦਿਓ। ਇਹਨਾਂ ਨੇ ਸੋਚਿਆ ਕਿ ਅਸੀਂ ਬਿਜਲੀ ਕਰਨੀ, ਕਿ ਜਿਹੜੇ ਪੁਰਾਣੇ ਕੰਟਰੈਕਟ ਹੋਏ ਸੀ ਪ੍ਰਾਈਵੇਟ ਕੰਪਨੀਆਂ ਨਾਲ, ਸਾਰੀ ਬਿਜਲੀ ਉੱਥੋਂ ਆ ਰਹੀ। ਇਹ ਸਾਡੇ ਪੰਜਾਬ ਨੂੰ ਇੱਕ ਐਡਾ ਵੱਡਾ ਘਾਟਾ ਪੈ ਰਿਹਾ ਜਿਹੜਾ ਰਿਕਵਰ ਨਹੀਂ ਹੋਣਾ। 5 ਸਾਲ ਉਹਨਾਂ ਨੇ ਨੁਕਸਾਨ ਕੀਤਾ, 5 ਸਾਲ ਕਾਂਗਰਸ ਸਰਕਾਰ ਨੁਕਸਾਨ ਕਰ ਰਹੀ ਹੈ। ਹੁਣ ਕੀ ਹੋ ਰਿਹਾ? ਵੱਡੀ ਦੱਸਣ ਦੀ ਲੋੜ ਨਹੀਂ, ਦਰਸ਼ਕ ਸਭ ਸਿਆਣੇ ਨੇ। ਬਠਿੰਡਾ ਥਰਮਲ ਪਲਾਂਟ ਵਿਕ ਗਿਆ ਜੀ। ਇਹਨੂੰ ਪੁੱਡਾ ਨੂੰ ਦੇ ਦਿੱਤਾ ਗਿਆ है। पुड्डा ਇਹਨੂੰ ਕਲੋਨੀਆਂ बना के ਉੱਥੇ बेचेगी। चलिए, जैसा कि हमने आपको पहले भी बताया, हम फिर आपको बता रहे हैं कि बठिंडा थर्मल प्लांट है जहां बिजली पैदा नहीं की जाती, और आने वाले जो चुनाव है यानी कि 2022 चुनाव में बिजली का झटका हर सियासी पार्टी को लगेगा, खासकर हाथ वाली सरकार यानी कि कैप्टन सरकार को बिजली का झटका जरूर लग रहा है। क्योंकि कोरोना के काल में जिस तरह बिजली के बिल लोगों को आ रहे हैं, और जिस तरह एजुकेशन के मामले में कैप्टन सरकार को घेरा जा रहा है, और जिस तरह भ्रष्टाचार के मामले में, नशे के मामले में घेरा जा रहा है, तो मैं समझता हूं 2022 का इलेक्शन कैप्टन सरकार उनके मंत्रियों के लिए इतना आसान नहीं होगा। लेकिन सबसे बड़ा सवाल, दिल्ली बिजली पैदा नहीं करता लेकिन बिजली सस्ती देता है। पंजाब में बिजली पैदा होती है लेकिन बिजली महंगी है। तो ये करंट का झटका लगेगा जी, क्यों नहीं लगेगा? पहले ही महंगी बिजली ले रहे हैं। देखो रेट्स की ने भाजी, इंडस्ट्री क्यों भज रही, क्यों अज मैडिकल जिहड़ा जिन्नी भी मैन्युफैक्चरिंग मैडिकल की सारी हिमाचल लै गया जी। क्यों नहीं इन्होंने इस विषय पर सोचा भी जे साडे कोल उत्थे फैक्ट्रियां नहीं होणगीਆਂ, बेरोजगारी तो पहले ही बड़ी सफर जी, बेरोजगारी तो होर वधण नूं तैयार है। ਜਦੋਂ ਇੱਥੇ ਇੰਡਸਟਰੀ ਨਹੀਂ ਹੈ, ਇੰਡਸਟਰੀ ਨੂੰ ਘੱਟ ਰੇਟ 'ਚ ਬਿਜਲੀ ਚਾਹੀਦੀ, ਕੰਮ ਕਰਨਗੇ, ਮੁਲਾਜ਼ਮਾਂ ਨੂੰ 4 ਪੈਸੇ ਆਣਗੇ। ਇਹ ਇਹਨਾਂ ਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਹੈ ਵੀ 5 ਸਾਲ ਤੁਸੀਂ ਰਾਜ ਕਰ ਲਓ, 5 ਸਾਲ ਅਸੀਂ ਰਾਜ ਕਰ ਲਈਏ, ਇਸ ਤਰ੍ਹਾਂ ਚੱਲੇਗਾ ਸਫਰ ਜੀ ਪੰਜਾਬ ਨੂੰ। ਮੈਨੂੰ ਤਾਂ ਲੱਗਦਾ ਇਸ ਤਰ੍ਹਾਂ। ਨਸ਼ੇ ਦੀ ਦੇਖੋ ਕੀ ਹਾਲਾਤ ਨੇ, टिकटॉक बंद हो सकती है, नशा क्यों नहीं बंद हो सकता? आपकी कहावत सुनी है आपने, रोटी के बाट में बंदर वाला दोनों खा जाता है। बिल्कुल वही है, सेम इस तरह ही होएगा, पैटर्न ਇਹੋ ਚੱਲੇਗਾ। ਪਰ ਆਪਾਂ ਇੱਕ ਥੋੜੀ ਜਿਹੀ ਇਹਨਾਂ ਨੂੰ ਦਰਸ਼ਕਾਂ ਨੂੰ ਕੁਝ ਅੱਛੀ ਨਿਊਜ਼ ਵੀ ਦੇ ਦਈਏ ਵੀ 15 ਅਗਸਤ ਨੂੰ ਕਰੋਨਾ ਦੀ ਵੈਕਸੀਨ ਜਿਹੜੀ ਹੈ ਲਾਂਚ ਹੋ ਰਹੀ ਹੈ। ਜੋ ਦੱਸ ਰਿਹਾ ਉਹ ICMR ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜੀ 15 ਅਗਸਤ को आ रही जो ਖਬਰਾਂ ਚੱਲ ਰਹੀਆਂ ਨੇ। ਪਰ ਇਹਦੇ ਵਿੱਚ ਇੱਕ ਹੋਰ ਗੱਲ ਜੋੜ ਦੇਵਾਂ ਮੈਂ ਤੁਹਾਨੂੰ, ਇਹ ਹਜੇ ਚਰਚੇ ਹੀ ਨੇ, ਮੈਨੂੰ ਨਹੀਂ ਲੱਗਦਾ ਵੀ फाइनल हो चलिए पर हो भी सकता है। 15 अगस्त यानी आज़ादी दिवस, तो आज़ादी दिवस जो है वो आने वाला है। और सबसे बड़ी बात की आज़ादी हम तभी मिलाएंगे जब हम कोरोना से संकट से आज़ाद होंगे। तो कुल मिला के ये लाइव भारत पर थी, ये संडे स्पेशल। हमारे साथ है संदीप जी, हमने हर मुद्दे में बात की और जनता के मुद्दे में बात की, और सबसे बड़ी बात की हमने कैप्टन सरकार की बात की, मोदी सरकार की बात की, हमने कोरोना की बात की, हमने एजुकेशन की बात की, और हमने बात की रेल की, और हमने बात की
रेल कर्मचारियों की, हमने बात की निगम के प्रॉपर्टियों की, हमने बात की भ्रष्टाचार की, और हमने हर बात वही की जो जनता से जुड़ी है। तो एक हमारा स्पेशल शो संडे स्पेशल पर। संदीप जी, आप हमारे स्टूडियो में आए, बहुत बहुत आपका धन्यवाद। आप देखते रहे लाइव भारत, ये स्पेशल रिपोर्ट थी मनोज भगत के साथ, सफर शुक्ला और संदीप सिंह की। आप देखते रहे लाइव भारत। जय हिंद, जय भारत।